ਇਹ ਬਿਲਕੁਲ ਕਲੀਅਰ ਹੈ ਕਿ ਕੇਂਦਰ ਸਰਕਾਰ ਨੇ ਇਹਦਾ ਸਿੱਟਾ ਕੱਢਣ ਦਾ ਕੋਈ ਇਰਾਦਾ ਹੀ ਨਹੀਂ ਸੀ। ਜੇ ਕੋਈ ਇਰਾਦਾ ਹੁੰਦਾ ਤਾਂ ਫਿਰ 3 ਜੂਨ ਤੋਂ ਲਗਾਤਾਰ ਜਦ ਮੈਂ ਮੁੱਦਾ ਚੱਕਦੀ ਰਹੀ ਆਹੀ ਬੇਨਤੀ ਕਰਦੀ ਰਹੀ ਕਿ ਗੱਲਬਾਤ ਕਰ ਲੋ, ਸ਼ੰਕੇ ਦੂਰ ਕਰ ਲੋ। ਉਸ ਸਮੇਂ ਨਹੀਂ ਕੀਤਾ ਤੇ 1.5 ਮਹੀਨਾ ਲੋਕਾਂ ਨੂੰ ਠੰਡ 'ਚ ਸੜਕਾਂ 'ਚ ਬਿਠਾ ਕੇ 70 ਮੌਤਾਂ ਕਰਕੇ ਅੱਜ ਵੀ ਕਿਸੇ ਨਤੀਜੇ 'ਚ ਨਹੀਂ ਪਹੁੰਚੇ ਨੇ। ਇਹ ਸਾਫ਼ ਹੈ ਕਿ ਉਹਨਾਂ ਦਾ ਇਰਾਦਾ ਨਹੀਂ ਸੀ, ਜਿਹਦੇ ਕਰਕੇ ਪਿਛਲੇ ਮੀਟਿੰਗ 'ਚ ਕਿਹਾ ਕਿ ਅਦਾਲਤ 'ਚ ਚਲੇ ਜਾਓ। ਕੋਈ ਇਲੈਕਟਡ ਸਰਕਾਰ ਲੋਕਾਂ ਨੂੰ ਕਹੇ ਅਦਾਲਤ 'ਚ ਜਾਓ, ਇਹ ਸਾਫ਼ ਕਲੀਅਰ ਹੈਗਾ ਕਿ ਸਮੇਂ ਬਰਬਾਦ ਕਰਨ ਦਾ ਇਹਨਾਂ ਦਾ ਇਰਾਦਾ ਹੈ ਤੇ ਲੋਕਾਂ ਦੀ ਜਿਨ੍ਹਾਂ ਦੀ ਜਾਨਾਂ ਜਾ ਰਹੀ ਉਹਨਾਂ ਦੇ ਕੱਖ ਪਰਵਾਹ ਨਹੀਂ ਹੈਗੀ। ਇਸ ਤੋਂ ਹੋਰ ਦੁੱਖ ਦੀ ਗੱਲ ਕੀ ਹੋ ਸਕਦੀ ਹੈ। ਆਪਣੀ ਸਰਕਾਰ ਵਾਲੇ ਕੀ ਕਹਿ ਰਹੇ ਨੇ ਕਿ ਬੜਾ ਵੱਡਾ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਸੀਐਮ ਖੱਟਰ ਨੂੰ। ਦੇਖੋ, ਜਦ ਲੋਕੀ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰਨਾ ਇੱਕ ਡੈਮੋਕ੍ਰੈਟਿਕ ਰਾਈਟ ਹੁੰਦੀ ਹੈ, ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਜਿਹੜਾ ਉਹਨਾਂ ਤੋਂ ਬਿਨਾਂ ਪੁੱਛੇ ਬਣਾਏ ਗਏ ਨੇ, ਉਹਦਾ ਵਿਰੋਧ ਕਰਨਾ ਉਹਨਾਂ ਦਾ ਹੱਕ ਬਣਦਾ ਹੈ। ਇਸ ਹੱਕ ਨੂੰ ਜਦੋਂ ਅਦਾ ਕਰਦੇ ਤੁਸੀਂ ਉਹਨਾਂ ਦੇ ਉੱਤੇ ਪਾਣੀ ਦੀ ਬੌਛਾਰਾਂ ਤੇ ਅਥਰੂ ਗੈਸ ਸਿੱਟੋਗੇ, ਫਿਰ ਤੁਸੀਂ ਲੋਕਾਂ ਨੂੰ ਧੱਕ ਰਹੇ ਹੋ ਕਿ ਤੁਸੀਂ ਇੱਕ ਸ਼ਾਂਤਮਈ ਤਰੀਕੇ ਨਹੀਂ ਅਸ਼ਾਂਤੀ ਦੀ ਤਰਫ ਸਰਕਾਰ ਤੇ ਉਹ ਆਪਣੇ ਪੁਲਿਸ ਦੇ ਰਾਹੀਂ ਉਹਨਾਂ ਨੂੰ ਧੱਕ ਰਹੀ ਹੈ। ਅੱਜ ਮੈਂ ਆਹੀ ਬੇਨਤੀ ਕਰਾਂਗੀ ਕਿ ਇਸ ਸਰਕਾਰ ਦੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਕਾਮਯਾਬ ਹੋਣ ਲੋਕੀ ਨਾ ਦੇਣ। ਬਹੁਤ ਵਧੀਆ ਤੇ ਬਹੁਤ ਵੱਡਾ ਸੰਘਰਸ਼ ਲੋਕਾਂ ਨੇ ਕੀਤਾ ਹੈਗਾ, ਦੁਨੀਆ ਭਰ 'ਚ ਇਹਦੀ ਸ਼ਲਾਘਾ ਹੋਈ ਹੈ। ਲੇਕਿਨ ਹੁਣ ਸਰਕਾਰ ਨੇ ਹਰ ਤਰ੍ਹਾਂ ਦੇ ਹੱਥਕੰਡੇ ਜਿਵੇਂ ਪਹਿਲੇ ਅਪਣਾਉਂਦੇ ਰਹੇ ਨੇ, ਹੁਣ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਲੋਕਾਂ ਨੂੰ ਇਸ ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਇਹੋ ਜਿਹੀ ਹਰਕਤਾਂ ਹੋਣ ਜਿਹਦੇ ਨਾਲ ਲੋਕਾਂ ਦੀ ਅੱਖਾਂ 'ਚ ਇਹ ਸੰਘਰਸ਼ ਦੀ ਬਦਨਾਮੀ ਹੋਏ। ਜਿਹਦੇ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਸੰਘਰਸ਼ ਨੂੰ ਸ਼ਾਂਤਮਈ ਰੱਖਣਾ। ਜਿਹੜਾ ਤੁਸੀਂ ਤੁਹਾਡਾ ਇਹ ਅੰਦੋਲਨ ਰਿਹਾ ਬਹੁਤ ਵਧੀਆ ਰਿਹਾ, ਤੁਸੀਂ ਉਹਦੇ 'ਚ ਡਟੇ ਰਹੋ ਤੇ ਸਰਕਾਰ ਜਦ ਆਪਣਾ ਇਹੋ ਜਿਹੇ ਕੰਮਕਾਜ ਕਰੂਗੀ ਬਦਨਾਮੀ ਸਰਕਾਰ ਦੀ ਹੋਗੀ। ਤਾਂ ਸਰਕਾਰ ਨੂੰ ਇੱਕ ਵਾਰ ਫੇਰ ਅਪੀਲ ਕਰਦੀ ਹਾਂ, ਕੱਲ ਮੈਂ ਆਪਣੇ ਇਲਾਕੇ ਦੇ 3 ਪਰਿਵਾਰਾਂ ਦੇ ਕੋਲ ਹੋ ਕੇ ਆਈ। 70 ਬੰਦੇ ਜਿਨ੍ਹਾਂ ਦੀ ਮੌਤ ਹੋਈ ਹੈ, ਇਹ ਕਿਸੇ ਦਾ ਪੁੱਤ, ਕਿਸੇ ਦਾ ਪਿਓ, ਕਿਸੇ ਦਾ ਭਰਾ ਤੇ ਬਜ਼ੁਰਗ ਮਾਤਾਵਾਂ ਕਿਸੇ ਦੀ ਮਾਵਾਂ ਹੈਗੀਆਂ। ਇਕਲੌਤੇ ਪੁੱਤ 9 ਸਾਲ ਬਾਅਦ ਅਰਦਾਸਾਂ ਬੇਨਤੀਆਂ ਕਰਕੇ ਜਿਹਨੂੰ ਬੱਚਾ ਹੋਇਆ, ਅੱਜ 18 ਸਾਲ ਦਾ ਉਹ ਬੱਚਾ ਉੱਥੋਂ ਸ਼ਹਾਦਤ ਲੈ ਗਿਆ। 23 ਸਾਲ ਦਾ ਕੱਲਾ ਮੁੰਡਾ ਪਰਿਵਾਰ 'ਚ ਉਹਦੀ ਸ਼ਹਾਦਤ ਹੋ ਗਈ। 45 ਸਾਲ ਦਾ ਇੱਕ ਪਿਓ ਜਿਹਦੀ ਵਾਈਫ ਹੈਂਡੀਕੈਪ ਹੈ ਤੇ 2 ਨਿੱਕੇ ਬੱਚੇ ਨੇ। ਕੋਈ ਆਮਦਨ ਦਾ ਸਹਾਰਾ, ਕਿਉਂ ਆਪਾਂ ਇਹੋ ਜਿਹੇ ਲੋਕਾਂ ਨੂੰ ਮਾਰ ਰਹੇ ਹਾਂ? ਆਪਣਾ ਫਰਜ਼ ਅਦਾ ਕਰੋ। ਕੋਈ ਕਾਨੂੰਨ ਵਾਪਸ ਲੈ ਕੇ ਉਹਨੂੰ ਚੰਗਾ ਬਣਾ ਕੇ ਲੈ ਕੇ ਲੋਕਾਂ ਦੇ ਕੋਲ ਆਏ। ਤੁਹਾਡੇ ਉੱਤੇ ਕੀ ਪ੍ਰੈਸ਼ਰ ਹੈ ਕਿ ਕੌਣ ਤੁਹਾਨੂੰ ਰੋਕ ਰਿਹਾ ਇਸ ਕਰਨ ਤੋਂ? ਮੈਂ ਆਸ ਕਰਦੀ ਹਾਂ ਕਿ ਸਰਕਾਰ ਦੁਬਾਰਾ ਸੋਚੇ ਤੇ ਉਮੀਦ ਕਰਦੀ ਹਾਂ ਅਦਾਲਤ ਇਕਲੌਤਾ ਰਸਤਾ। ਹੁਣ ਸਰਕਾਰ ਕਹਿ ਰਹੀ ਹੈ ਅਦਾਲਤ ਕੋਲ ਜਾਓ, ਲੋਕਾਂ ਨੂੰ ਕਹਿ ਰਹੀ ਹੈ, ਮਤਲਬ ਉਹ ਟੋਟਲੀ ਫੇਲ ਹੋ ਚੁੱਕੀ ਹੈ, ਆਪਣੇ ਆਪ ਨੂੰ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਨਾਕਾਮ ਰਹਿ ਗਈ ਹੈਗੀ, ਫੇਲ ਹੋ ਗਈ ਹੈਗੀ। ਇਸ ਤੋਂ ਵੱਡਾ ਫੇਲਿਅਰ ਕੀ ਹੋ ਸਕਦਾ ਹੈ ਸਰਕਾਰ ਦਾ? ਅੱਜ ਅਦਾਲਤ ਨੂੰ ਅਪੀਲ ਕਰਦੀ ਹਾਂ, ਸੁਪਰੀਮ ਕੋਰਟ ਨੂੰ ਅਪੀਲ ਕਰਦੀ ਹਾਂ ਕਿ ਪ੍ਰੋਟੈਸਟ ਕਰਨਾ ਤੁਸੀਂ ਆਪ ਕਿਹਾ ਇਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ। ਇਹ ਇਹਨਾਂ ਦੀ ਜ਼ਮੀਨ ਦੀ, ਇਹਨਾਂ ਦੀ ਕਮਾਈ ਦੀ, ਇਹਨਾਂ ਦੀ ਰੋਟੀ ਦੀ ਗੱਲ ਹੈ। ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗੀ ਕਿ ਲੋਕਾਂ ਦੀ ਸੁਣੋ ਤੇ ਉਹਨਾਂ ਦੇ ਨਾਲ इंसाफ जरूर करो। अमरिंदर सिंह का कहना है कि अकाली दल और आप ट्रैक्टर मार्च निकाला जा रहा है 26 तारीख को, वुमेन ट्रैक्टर मार्च निकाला, क्या कहेंगे आप भी इसमें शामिल होंगे? ये देखिए, इसके बारे में मैं कुछ नहीं। एक 26 जनवरी का दिन देश के लिए एक बहुत ही ऐतिहासिक दिन होता है। इसकी बहुत भावनाएं देशवासियों की जुड़ी हुई है। इसको कोई हल्के पुल्के तरीके से नहीं समझना चाहिए। हाँ, किसानों की जो उनकी मंशा है उसके साथ बिल्कुल मैं सहमत हूँ, लेकिन ना ही मुझे किसी ने इस आंदोलन में शामिल होने के लिए सद्दा दिया है और ना ही मैं समझती हूँ कि एक शांतिपूर्वक आंदोलन को ऐसा कुछ किया जाए, क्योंकि इस चीज में उस तरफ वो जब बढ़ेंगे तो सरकार अपना काम करेगी। और मैं दोनों तरफों को ये अपील करती हूँ कि बहुत एक जान बहुत कीमती है, कोई ऐसा कदम ना उठाया जाए जिससे एक भी जान का नुकसान हो। मेरी तो यही बेनती है। चलो जी, थैंक यू। क्या उम्मीद करती हैं सुप्रीम कोर्ट से? मैं इंसाफ की उम्मीद करती हूँ और उम्मीद सारे यही रख रहे हैं कि जो लाखों लोग 1.5 महीने से बैठे हैं, जो 70 लोगों की जानें चली गई हैं, आज ये सरकार उनकी नहीं सुन रही है। आज अदालत मजबूर करे, लेकिन उम्मीद ही रख सकती हूँ। कैप्टन अमरिंदर सिंह ने कहा कि आप और अकाली दल ने कुछ नहीं किया किसानों के लिए, तो उन्होंने क्या किया है वो ये बता दें।